ਹਾਲੇਲੂਇਆ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ। ਕੂਚ ਅਧਿਆਇ 25। ਹੈਕਲ ਲਈ ਭੇਟਾਂ। ਯਹੋਵਾ ਨੇ ਮੂਸਾ ਨਾਲ ਗੱਲ ਕੀਤੀ ਕਿ ਇਸਰਾਏਲੀਆਂ ਨੂੰ ਫਰਮਾ ਤਾਂ ਕਿ ਉਹ ਮੇਰੇ ਲਈ ਚੜਾਵਾ ਲਿਆਉਣ, ਹਰ ਇੱਕ ਮਨੁੱਖ ਤੋਂ ਜਿਹਦਾ ਮਨ ਉਹਨੂੰ ਪ੍ਰੇਰੇ। ਤੁਸੀਂ ਮੇਰਾ ਚੜਾਵਾ ਲਿਓ। ਇਹ ਉਹ ਚੜਾਵਾ ਹੈ ਜਿਹੜਾ ਤੁਸੀਂ ਉਹਨਾਂ ਤੋਂ ਲਿਓ, ਅਰਥਾਤ ਸੋਨਾ, ਚਾਂਦੀ, ਪਿੱਤਲ, ਨੀਲਾ ਅਤੇ ਬੈਂਗਣੀ ਅਤੇ ਕਿਰਮਚੀ ਰੰਗ ਅਤੇ ਮਹੀਨ ਕਤਾਨ ਅਤੇ ਪਸਮ ਅਤੇ ਛਤਰੀਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਟੀਮ ਦੀ ਲੱਕੜੀ ਅਤੇ ਦੀਵੇ ਦਾ ਤੇਲ ਅਤੇ ਮਸਾ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ, ਸੁਲੇਮਾਨੀ ਪੱਥਰ ਅਤੇ ਏਫੋਦ ਵਿੱਚ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ, ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਹਨਾਂ ਦੇ ਵਿਚਕਾਰ ਵਸਾਂ, ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ। ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਉਵੇਂ ਹੀ ਬਣਾਈਓ। ਸੰਦੂਕ। ਉਹ ਸ਼ਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ, ਜਿਸ ਦੀ ਲੰਬਾਈ 2.5 ਹੱਥ ਅਤੇ ਚੌੜਾਈ 1.5 ਹੱਥ ਅਤੇ ਉਚਾਈ 1.5 ਹੱਥ ਹੋਵੇ। ਤੂੰ ਉਸ ਉੱਤੇ ਕੁੰਦਨ ਸੋਨਾ ਮੜੀ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜੀ, ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈ। ਉਸ ਦੇ ਲਈ ਸੋਨੇ ਦੇ 4 ਕੜੇ ਢਾਲ ਕੇ ਉਹਦੀਆਂ 4 ਪਾਵਿਆਂ ਵਿੱਚ ਲਾਈ, ਅਰਥਾਤ 2 ਕੜੇ ਇੱਕ ਪਾਸੇ, 2 ਕੜੇ ਦੂਜੇ ਪਾਸੇ। ਨਾਲੇ ਤੂੰ ਸ਼ਟੀਮ ਦੀ ਲੱਕੜੀ ਦੀਆਂ ਚੌਬਾਂ ਬਣਾਈ ਅਤੇ ਉਹਨਾਂ ਉੱਤੇ ਸੋਨਾ ਮੜੀ। ਤੂੰ ਉਹਨਾਂ ਚੌਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ, ਤਾਂ ਜੋ ਉਹਨਾਂ ਨਾਲ ਸੰਦੂਕ ਚੁੱਕਿਆ ਜਾਵੇ। ਚੌਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਹਨਾਂ ਵਿੱਚੋਂ ਕੱਢੀਆਂ ਨਾ ਜਾਣ। ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀ ਜਿਹੜੀ ਮੈਂ ਤੈਨੂੰ ਦੇਵਾਂਗਾ। ਤੂੰ ਪ੍ਰਾਸ਼ਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈ, ਜਿਸ ਦੀ ਲੰਬਾਈ 2.5 ਹੱਥ ਅਤੇ ਚੌੜਾਈ 1.5 ਹੱਥ ਹੋਵੇ। ਤੂੰ ਸੋਨੇ ਦੇ ਕਰੂਬੀ ਬਣਾਈ। ਤੂੰ ਉਹਨਾਂ ਨੂੰ ਕੱਢ ਕੇ ਪ੍ਰਾਸ਼ਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈ। ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈ। ਪ੍ਰਾਸ਼ਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ, ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਹੋਣ, ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸ਼ਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ, ਅਤੇ ਉਹਨਾਂ ਦੇ ਮੂੰਹ ਆਹਮੋ ਸਾਹਮਣੇ ਹੋਣ। ਕਰੂਬੀਆਂ ਦੇ ਮੂੰਹ ਪ੍ਰਾਸ਼ਚਿਤ ਦੇ ਸਰਪੋਸ਼ ਵੱਲ ਹੋਣ, ਅਤੇ ਤੂੰ ਪ੍ਰਾਸ਼ਚਿਤ ਨੂੰ ਉਤਾਹ ਸੰਦੂਕ ਦੇ ਉੱਤੇ ਰੱਖੀ, ਅਤੇ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀ। ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸ਼ਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ, ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ। ਮੇਜ਼। ਤੂੰ ਸ਼ਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈ। ਉਸ ਦੀ ਲੰਬਾਈ 2 ਹੱਥ ਅਤੇ ਉਸ ਦੀ ਚੌੜਾਈ 1 ਹੱਥ ਅਤੇ ਉਸ ਦੀ ਉਚਾਈ 1.5 ਹੱਥ ਹੋਵੇ। ਤੂੰ ਉਸ ਨੂੰ
ਕੁੰਦਨ ਸੋਨੇ ਨਾਲ ਮੜੀ ਅਤੇ ਉਸ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ। ਤੂੰ ਉਹਦੇ ਲਈ ਚੁਫੇਰੇ ਇੱਕ ਚੱਪਾ ਕਿਨਾਰੀ ਬਣਾਈ ਅਤੇ ਤੂੰ ਕਿਨਾਰੀ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ। ਤੂੰ ਉਹਦੇ ਲਈ ਸੋਨੇ ਦੇ 4 ਕੜੇ ਬਣਾਈ ਅਤੇ ਤੂੰ ਉਹਨਾਂ ਕੜਿਆਂ ਨੂੰ ਉਹਦੇ 4 ਖੂੰਜਿਆਂ ਉੱਤੇ ਜਿਹੜੇ ਉਸ ਦੇ 4 ਪਾਵਿਆਂ ਉੱਤੇ ਹਨ ਪਾਈ। ਕਿਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੌਬਾਂ ਦੇ ਲਈ ਥਾਂ ਹੋਣ। ਤੂੰ ਉਹ ਚੌਬਾਂ ਸਟੀਮ ਦੀ ਲੱਕੜੀ ਦੀਆਂ ਬਣਾਈ। ਤੂੰ ਉਹਨਾਂ ਨੂੰ ਸੋਨੇ ਨਾਲ ਮੜੀ ਤਾਂ ਜੋ ਮੇਜ਼ ਉਹਨਾਂ ਨਾਲ ਚੁੱਕੀ ਜਾਵੇ। ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸ ਦੇ ਗੜਵੇ ਅਤੇ ਡੋਲਣ ਦੇ ਕਟੋਰੇ ਬਣਾਈ। ਉਹ ਕੁੰਦਨ ਸੋਨੇ ਦੇ ਬਣਾਈ। ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ। ਸ਼ਮਾਦਾਨ। ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈ। ਉਹ ਸ਼ਮਾਦਾਨ ਕੱਢ ਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ, ਉਸ ਦੇ ਕਟੋਰੇ, ਉਸ ਦੇ ਗੋਲੇ ਅਤੇ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ। 6 ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿਕਲਣ। ਸ਼ਮਾਦਾਨ ਦੇ ਇੱਕ ਪਾਸਿਓਂ 3 ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ 3 ਟਹਿਣੀਆਂ। ਇੱਕ ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਦੂਜੀ ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਇਵੇਂ ਹੀ 6 ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿਕਲਦੀਆਂ ਹਨ ਹੋਵੇ ਅਤੇ ਸ਼ਮਾਦਾਨ ਵਿੱਚ 4 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹਦੇ ਗੋਲੇ ਅਤੇ ਉਹਦੇ ਫੁੱਲ ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫਿਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫਿਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਇਉਂ ਹੀ ਉਹਨਾਂ 6 ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿਕਲਦੀਆਂ ਹਨ ਹੋਵੇ। ਉਹਨਾਂ ਦੇ ਗੋਲੇ ਅਤੇ ਉਹਨਾਂ ਦੀਆਂ ਟਹਿਣੀਆਂ ਉਸ ਤੋਂ ਹੋਣ, ਅਰਥਾਤ ਇਹ ਸਾਰਾ ਕੜਿਆ ਹੋਇਆ ਕੁੰਦਨ ਸੋਨੇ ਦਾ ਇੱਕ ਟੁਕੜੇ ਤੋਂ ਹੋਵੇ। ਤੂੰ ਉਸ ਦੇ 7 ਦੀਵੇ ਬਣਾਵੀਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ ਸਾਹਮਣੇ ਚਾਨਣ ਦੇਣ। ਉਸ ਦੇ ਗੁਲ ਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗਭਗ ਤੋਂ ਇਹ ਸਾਰੇ ਭਾਂਡੇ ਬਣਾਏ ਜਾਣ। ਸੋ ਵੇਖ ਤੂੰ ਉਹਨਾਂ ਨੂੰ ਉਸੇ ਨਮੂਨੇ ਦੇ ਬਣਾਈ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ। ਆਮੇਨ।